सवेरे आए 1:30 बजे कोल कारपोरेशन वाले, उन्होंने माल चुक्या। साडी दुकान के फुटपाथ के उपर ही माल सी। माल चुक्या तो असीं कहा भी ये साडा फुटपाथ तो चुकना, इन्होंने फुटपाथ तो अगे रेहड़ियां लगदियां वो भी चुको। इन्ने रेहड़ी वाले साडे नाल बहस सही करन लग गए। इन्ने नूं इट्टां बिल्ले दा मन्ना मुंडा जिहड़ा वो 25 मुंडे लै गए साडी दुकान ते अटैक कीता। हाँ पट्ठे वाले 25 मुंडे लै गए, मैनू मेरे बेटे नूं ते मेरे पापा नूं धक्के मारे। हार्ट पेशेंट ने ਅਸੀਂ ਗੈਂਗਵਾਰ ਸੁਣ ਤਾਂ ਬਹੁਤ ਦਿਨਾਂ ਤੋਂ ਰਹੇ ਹਾਂ, ਬਹੁਤ ਅਰਸਿਆਂ ਤੋਂ ਰਹੇ ਹਾਂ, ਲੇਕਿਨ ਜਿਹੜੀ ਸਾਡੇ ਨਾਲ ਹੀ ਅੱਜ ਗੈਂਗਵਾਰ ਇੱਕ ਦੁਕਾਨਦਾਰ ਬੰਦੇ ਨਾਲ ਗੈਂਗਵਾਰ ਹੋ ਗਈ ਤਾਂ ਦੁਕਾਨਦਾਰ ਬੰਦਾ ਸੇਫ ਹੀ ਨਹੀਂ, ਤਾਂ ਫਿਰ ਘਰੋਂ ਨਿਕਲ ਕੇ ਕਾਰੋਬਾਰ ਕਰਨ ਆਏਗਾ ਜਾਂ ਆਪਣੇ ਬਾਉਂਸਰਸ ਨੂੰ ਨਾਲ ਲਾ ਕੇ ਰੱਖੇਗਾ ਵੀ ਭਰਾਵਾ ਤੁਸੀਂ ਸਾਈਡ ਤੇ ਖੜੋ, ਮੈਨੂੰ ਕੋਈ ਮਾਰ ਕੁੱਟ ਨਾ ਜਾਵੇ। ਘੱਟੋ ਘੱਟ 25 ਤੋਂ 30 ਜਾਣੇ ਇਕੱਠੇ ਹੋ ਕੇ ਅੰਦਰ ਆਏ ਦੁਕਾਨ ਦੇ, ਆ ਕੇ ਮੈਨੂੰ ਥੱਪੜ ਮਾਰਨ ਲੱਗ ਗਏ, ਮੇਰੇ ਪਾਪਾ ਨੂੰ ਮਾਰਨ ਲੱਗ ਗਏ ਤੇ ਉਸ ਤੋਂ ਬਾਅਦ ਮੇਰੇ ਦਾਦਾ ਜੀ ਨੂੰ ਮਾਰਨ ਲੱਗ ਗਏ। ਦੁਕਾਨ ਦੇ ਅੰਦਰ ਵੜ ਕੇ ਜੋ ਇਹਨਾਂ ਨੇ ਕੀਤਾ ਤੇ ਘੱਟੋ ਘੱਟ 452 ਲੱਗਣੀ ਚਾਹੀਦੀ ਔਰ ਇਸ ਚੀਜ਼ ਨੂੰ ਅਸੀਂ ਇੰਪਲੀਮੈਂਟ ਕਰਾ ਕੇ ਹੀ ਛੱਡਾਂਗੇ, ਵਰਨਾ ਸਾਹ ਨਹੀਂ ਲਵਾਂਗੇ। ਤੁਸੀਂ ਸ਼ਿੰਗਾਰ ਰੋਡ ਤੇ ਇੱਕ ਪੈਦਲ ਗੇੜਾ ਹੀ ਕੱਟ ਲਿਓ, ਇੱਥੇ 500 ਰੇੜੀ ਲੱਗੀ ਹੋਣੀ ਹੈ, ਉਹ ਤਾਂ ਉਹਨਾਂ ਨੂੰ ਦਿਸਦੀ ਕੋਈ ਨਹੀਂ। ਤਾਂ ਜਿਹੜੇ ਇਹਨਾਂ ਦੇ 4 ਬੈਗ ਜੇ ਲੱਗੇ ਉਹ ਚੱਕ ਕੇ ਲੈ ਜਾਣੇ ਆਪਾਂ। ਇਹ ਧੱਕਾ ਕਿੰਨੀ ਕੁ ਦੇਰ ਸਵਾਂਗੇ ਆਪਾਂ। ਇਹਨਾਂ ਨੇ ਸਾਡੇ ਨਾਲ ਘੱਟ ਕੀਤੀ ਆ, ਇਹਨਾਂ ਨੇ ਆ ਕੇ ਸਾਡੇ ਦੁਕਾਨਦਾਰ ਰੇਹੜੀਆਂ ਵਾਲਿਆਂ ਨੂੰ ਕੁੱਟਿਆ ਪਹਿਲਾਂ, ਤੇ ਮੈਂ ਕਿਹਾ ਹਟ ਜਾ ਭਰਾ ਜੀ, ਤੂੰ ਨਾਲ ਆਪਣਾ ਗਵਾਂਢੀ ਹੈਗਾ, ਇਹੋ ਜਿਹੇ ਕੰਮ ਨਾ ਕਰ। ਨਹੀਂ ਤੂੰ ਹਟ ਪਰਾਂ ਆ ਜਾ, ਤੂੰ ਛੱਡੂਗਾ ਇਹਨਾਂ ਨੂੰ। ਮੈਂ ਉਲਟਾ ਗਾਲਾਂ ਕੱਢਣ ਲੱਗ ਗਿਆ। ਜੋ ਬਜ਼ੁਰਗ ਬੈਠੇ ਨੇ ਉਹ ਵੀ ਕਹਿੰਦੇ ਕਿ ਮੈਂ ਹਾਰਟ ਦਾ ਪੇਸ਼ੈਂਟ ਆ, ਮੇਰਾ ਵੀ ਇਹਨਾਂ ਦੇ ਜਿਹੜੇ ਬੰਦੇ ਆ ਜੀ ਕੁੱਟ ਮਾਰ ਕੇ। ਉਹ ਜੇ ਉਹ ਹਾਰਟ ਦਾ ਸਾਨੂੰ ਕੀ ਪਤਾ, ਦੁਕਾਨ ਤੇ ਜਾਣੇ ਨਿਆਣਿਆਂ ਨੇ ਸਮਝਾਉਣਾ ਸੀ ਜਾ ਕੇ ਉਹਨਾਂ ਨੂੰ। ਪਹਿਲੇ ਉਲਟਾ ਪੈ ਗਿਆ ਤੇ ਮੁੰਡੇ ਜਾ ਕੇ ਝੋਟਿਆਂ ਪੈ ਗਏ ਹਾਂ ਕਰਕੇ ਸਾਰੇ ਜਾਣੇ। ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ। ਗੱਲ ਕੀਤੀ ਜਾਊਗੀ ਨਗਰ ਨਿਗਮ ਦੀ। ਨਗਰ ਨਿਗਮ ਲਗਾਤਾਰ ਮੁਹਿੰਮ ਚਲਾ ਰਹੀ ਹੈ, ਇੱਕ ਐਸੀ ਡਰਾਈਵ ਚਲਾ ਰਹੀ ਹੈ ਕਿ ਲੋਕਾਂ ਨੇ ਜੋ ਸਮਾਨ ਬਾਹਰ ਰੱਖਿਆ ਹੈ ਉਹਨਾਂ ਨੂੰ ਸਮਾਨ ਅੰਦਰ ਰੱਖਣ ਦੀ ਅਪੀਲ ਵੀ ਕਰ ਰਹੀ ਹੈ। ਲੇਕਿਨ ਧਰਮਪੁਰ ਮਾਫ ਕਰੋ ਸ਼ਿੰਗਾਰ ਸਿਨੇਮਾ ਰੋਡ ਦੇ ਉੱਤੇ ਇੱਕ ਕਾਰਪੋਰੇਸ਼ਨ ਮੁਹਿੰਮ ਸ਼ੁਰੂ ਕਰਦੀ ਹੈ ਕਿ ਲੋਕ ਜਿਹੜੇ ਸਮਾਨ ਬਾਹਰ ਰੱਖਦੇ ਨੇ ਉਹਨਾਂ ਨੂੰ ਸਮਾਨ ਅੰਦਰ ਦੀ ਗੱਲਬਾਤ ਕਰਦੀ ਹੈ, ਸਮਾਨ ਚੱਕ ਕੇ ਅੰਦਰ ਵੀ ਰੱਖਦੀ ਹੈ। ਜੋ ਗੱਲ ਹੁੰਦੀ ਹੈ ਉਸ ਤੋਂ ਬਾਅਦ ਦੁਕਾਨਦਾਰ ਦਾ ਇੱਕ ਵਿਰੋਧ ਹੁੰਦਾ ਹੈ ਕਿ ਜਦੋਂ ਮੇਰੀ ਦੁਕਾਨ ਦੇ ਉੱਤੇ ਕਾਰਵਾਈ ਕਰ ਰਹੇ ਹੋ ਤਾਂ तमाम ਰੇਹੜੀਆਂ ਦੁਕਾਨ ਫੁੱਟਪਾਥ ਦੇ ਉੱਤੇ ਲੱਗੀਆਂ ਹੁੰਦੀਆਂ ਨੇ, ਉਹਨਾਂ ਨੂੰ ਕਿਉਂ ਨਹੀਂ ਚੱਕਦੇ ਹੋ। ਲੇਕਿਨ ਉਸ ਰੇਹੜੀ ਵਾਲਾ ਸ਼ਖਸ ਜਿਹੜਾ ਆਂਦਾ ਉਸ ਤੋਂ ਬਾਅਦ ਆਪਣੇ ਕਈ ਦੋਸਤਾਂ ਨੂੰ ਬੁਲਾਉਂਦਾ, ਉਸ ਤੋਂ ਬਾਅਦ ਦੁਕਾਨਦਾਰ ਨਾਲ ਕੁੱਟਮਾਰ ਵੀ ਸ਼ੁਰੂ ਕਰ ਦਿੰਦਾ। ਵੀਰ ਮੌਜੂਦ ਹੈ। ਵੀਰ ਨਾਮ ਕੀ ਹੈ? मेरा सतीश कुमार सोडी है, सोनी टैची है मेरी। ਕੀ ਮਾਮਲਾ ਕੀ ਹੋਇਆ ਪੂਰਾ? सर इदा सवेरे आए 1:30 बजे कोल कारपोरेशन वाले, उन्होंने माल चुक्या। साडी दुकान के फुटपाथ के उपर ही माल सी। माल चुक्या तो असीं कहा भी ये साडा फुटपाथ तो चुकना, इन्होंने फुटपाथ तो अगे रेहड़ियां लगदियां वो भी चुको, वो साडा राइट है, असीं कह सकते हैं गल। इन्ने रेहड़ी वाले साडे नाल बहस सही करन लग गए। इन्ने नूं इट्टां बिल्ले दा मन्ना मुंडा जिहड़ा वो 25 मुंडे लै गए साडी दुकान ते अटैक कीता। हाँ पट्ठे वाले ने 25 मुंडे लै गए, मैनू मेरे बेटे नूं ते मेरे पापा नूं धक्के मारे। हार्ट पेशेंट ने और ਉਹਦੇ ਨਾਲ 25 ਮੁੰਡੇ ਸੀ। ਮੇਰੇ ਗੱਲੇ 'ਚ ਕਮੇਟੀ ਆਈ ਸੀ ਇਸ ਸਵੇਰੇ। ਲੇਕਿਨ ਕੁੱਟਮਾਰ ਕਿਸ ਵਜ੍ਹਾ ਕੀ ਸੀ? ਤੁਸੀਂ ਆ ਕਿਹਾ ਕਿ ਇੰਨੀ ਗੱਲ ਕਹੀ ਇਸ ਕਰਕੇ, ਇਹੀ ਵਜ੍ਹਾ, ਇੰਨੀ ਕੁ ਵਜ੍ਹਾ ਕਰਕੇ ਮੈਨੂੰ ਕੁੱਟ ਮਾਰ ਕੇ ਗਏ, ਮੈਨੂੰ, ਮੇਰੇ ਪਾਪਾ ਨੂੰ ਔਰ ਮੇਰੇ ਬੇਟੇ ਨੂੰ। ਪੈਸਾ ਕਿੰਨਾ ਸੀਗਾ ਨਗਦ? ਮੇਰੇ ਕੋਲ ਗੱਲੇ ਵਿੱਚ ਕਮੇਟੀ ਆਈ ਸੀ 1,30,000 ਰੁਪਇਆ, ਉਹ ਸਾਰੇ ਗੈਪ ਹੋ ਗਏ। ਹੁਣ ਇਹ ਨਹੀਂ ਪਤਾ ਕਿੰਨੇ ਚੱਕੀ ਹੈ। ਜੇ 1,30,000 ਰੁਪਇਆ ਉਹ ਸੀ, ਪਾਪਾ ਦੇ ਗੱਲੇ ਵਿੱਚ ਚੈਨ ਲੱਗੇ, ਮੇਰਾ ਇੱਕ ਮੋਬਾਈਲ ਚੱਕ ਕੇ ਲੈ ਗਏ। ਕਿੰਨੇ ਕੁ ਲੋਕ ਸੀਗੇ ਉਹ ਜਿਨ੍ਹਾਂ ਨੇ ਤੁਹਾਡੇ ਨਾਲ ਸਾਰੀ ਵਾਰਦਾਤ ਕੀਤੀ ਹੈ? ਘੱਟੋ ਘੱਟ 25 ਤੋਂ 30 ਬੰਦੇ, 40 ਬੰਦੇ ਹੋਣਗੇ ਜੀ ਘੱਟੋ ਘੱਟ। ਇੱਕਦਮ ਕਿੱਥੋਂ ਆ ਗਿਆ ਸਾਰੇ? ਭਾਈ ਇਹਨਾਂ ਨੇ ਆਪਣੀ ਦੁਕਾਨ ਤੇ ਹਜੂਮ ਇਕੱਠਾ ਕੀਤਾ। ਬਿੱਲੇ ਇੱਟਾਂ ਵਾਲੇ ਮੰਨੇ ਦੇ ਮੁੰਡੇ ਨੇ। ਅੱਛਾ। ਇਹ ਜਿਹੜਾ ਇਹਨਾਂ ਦਾ ਦਫ਼ਤਰ ਆ ਉਹਦੇ 'ਚ 25 ਮੁੰਡੇ ਇਕੱਠੇ ਹੋਏ, ਉਹਨਾਂ ਨੇ ਆ ਕੇ ਸਾਡੀ ਦੁਕਾਨ ਦੇ ਉੱਤੇ ਅਟੈਕ ਕੀਤਾ। ਮੇਰੇ ਦੇ ਕੀਤਾ, ਮੇਰੇ ਪਾਪਾ ਦੇ ਕੀਤਾ, ਮੇਰੇ ਬੱਚੇ ਦੇ ਕੀਤਾ। ਇਹ ਕੋਈ ਦਲੀਲ ਥੋੜੀ ਹੈ ਜੀ। ਦੇਖੋ ਕੋਈ ਜੰਗਲ ਰਾਜ ਤਾਂ ਹੈ ਨਹੀਂ ਵੀ ਜੰਗਲ ਰਾਜ ਹੈਗਾ। ਕਿੰਨੀ ਅੱਛੀ ਮਾਰਕੀਟ ਹੈ, ਮਾਰਕੀਟ ਦੇ ਵਿੱਚ ਬੈਠੇ ਆ ਔਰ ਇਹਦੀ ਜਾ ਕੇ ਸਾਨੂੰ ਅਟੈਕ ਕਰ ਦਿਓ। ਜੇ ਕੱਲ੍ਹ ਨੂੰ ਮੇਰੇ ਪਾਪਾ ਨੂੰ ਕੁਝ ਹੋ ਜਾਵੇ, ਹਾਰਟ ਪੇਸ਼ੈਂਟ ਨੇ, ਕੌਣ ਜ਼ਿੰਮੇਵਾਰ ਹੈ? ਨਹੀਂ ਚੌਂਕੀ ਪਹੁੰਚੇ ਹੋ ਕੀ ਕਾਰਵਾਈ ਕੀ ਕਰਨ ਦੀ ਮੰਗ ਕੀਤੀ ਹੈ? ਕਾਰਵਾਈ ਇਹ ਕਹਾਂਗੇ, ਪਰਚਾ ਪਵਾਵਾਂਗੇ, ਜੋ ਸਾਡੀ ਕਾਰਵਾਈ ਬਣਦੀ ਹੈ ਜੀ ਉਹ ਇਹਨਾਂ ਨੂੰ ਕਰਨੀ ਪਏਗੀ। ਕਾਰਵਾਈ ਕਰਨ। ਲੇਕਿਨ ਆਮ ਆਦਮੀ ਪਾਰਟੀ ਹੋ ਤੁਸੀਂ ਵੀ, ਇਸ ਸਮੇਂ ਕੌਂਸਲਰ ਦੇ ਉਮੀਦਵਾਰ ਹੋ, ਲੇਕਿਨ ਗੱਲ ਕੀਤੀ ਹੋਵੇ ਕਿਸ ਤਰ੍ਹਾਂ ਦੀ ਦਹਿਸ਼ਤਗਰਦੀ ਪੈ ਗਈ ਲੁਧਿਆਣਾ ਸ਼ਹਿਰ ਦੇ ਵਿੱਚ? ਮਾਰਕੀਟ ਦਾ ਨਾ ਮਸਲਾ ਸੀ ਆਪਸੀ। ਇਹਨਾਂ ਨੇ ਕਿਹਾ ਵੀ ਰੇੜੀਆਂ ਚੱਕਣੀਆਂ, ਉਹ ਰੇੜੀਆਂ ਵਾਲੇ ਇਹਨਾਂ ਦੇ ਗੱਲ ਪੈ ਗਏ। ਮਾਰਕੀਟ ਨੇ ਛਡਾਇਆ, ਸਾਰੀ ਮਾਰਕੀਟ ਇਕੱਠੀ ਹੋਈ ਹੈ। ਉਹ ਹਜੂਮੀ ਇਹਨਾਂ ਸੀ ਪਤਾ ਨਹੀਂ ਕਿੱਥੋਂ ਆਇਆ ਜਿਹੜਾ ਇਹਨਾਂ ਕੋਲ ਛੁੱਟਿਆ ਨਹੀਂ। ਉਹਦੇ ਕਰਕੇ ਹੁਣ ਥਾਣੇ ਆਏ ਆ, ਕੰਪਲੇਂਟ ਕਰਨੇ, ਜਿਹੜਾ ਦਾ ਕਾਰਵਾਈ ਪੂਰੀ ਕੀਤੀ ਜਾਊਗੀ ਜਿਨ੍ਹਾਂ ਦੀ ਹੈਗੀ। ਉਹਨਾਂ ਦਾ ਮੂੰਹ ਦੇਖੋ ਪੂਰੀ ਤਰ੍ਹਾਂ ਨਾਲ ਸਵੈਲ ਹੋਇਆ ਮਾਰ ਕੇ।
ਇਹ ਬੇਟੇ ਦਾ ਮੂੰਹ ਸਵੈਲ ਕੀਤਾ ਹੋਇਆ ਹੈ। ਹਲੇ ਇਹਨਾਂ ਦੀ ਮੈਡੀਕਲ ਆਪਾਂ ਰਿਪੋਰਟ ਕਰਾਵਾਂਗੇ। ਮੈਡੀਕਲ ਕਰਾਉਣ ਤੋਂ ਬਾਅਦ ਸਭ ਕੁਝ ਆਏਗਾ। ਹੋਪਫੁਲੀ ਜੋ ਜਿੱਥੇ ਤੱਕ ਵਾਹ ਲੱਗਦੀ ਹੋਏਗੀ ਪੂਰੀ ਵਾਹ ਲਾਵਾਂਗੇ, ਭਾਵੇਂ ਸਾਨੂੰ ਜਿੱਦਾਂ ਮਰਜ਼ੀ ਧਰਨਾ ਪ੍ਰਦਰਸ਼ਨ ਕਰਨਾ ਪਵੇ, ਸਾਨੂੰ ਸੀਪੀ ਦਾ ਦਫ਼ਤਰ ਘੇਰਨਾ ਪਵੇ, ਸੀਪੀ ਦਾ ਘਰ ਘੇਰਨਾ ਪਵੇ, ਘੇਰਾਂਗੇ। ਘੇਰਨ ਤੋਂ ਬਾਅਦ ਅਸੀਂ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਆਪਣੇ ਇੱਥੋਂ ਦੀ ਆਪਣੀਆਂ ਦਰੀਆਂ ਨਹੀਂ ਚੱਕਣੀਆਂ। ਕਾਰਨ ਇੱਕੋ ਹੀ ਹੈ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਅਸੀਂ ਗੈਂਗਵਾਰ ਸੁਣ ਤਾਂ ਬਹੁਤ ਦਿਨਾਂ ਤੋਂ ਰਹੇ ਹਾਂ, ਬਹੁਤ ਅਰਸਿਆਂ ਤੋਂ ਰਹੇ ਹਾਂ, ਲੇਕਿਨ ਜਿਹੜੀ ਸਾਡੇ ਨਾਲ ਹੀ ਅੱਜ ਗੈਂਗਵਾਰ, ਇੱਕ ਦੁਕਾਨਦਾਰ ਬੰਦੇ ਨਾਲ ਗੈਂਗਵਾਰ ਹੋ ਗਈ ਤੇ ਦੁਕਾਨਦਾਰ ਬੰਦਾ ਸੇਫ ਹੀ ਨਹੀਂ, ਤਾਂ ਫਿਰ ਘਰੋਂ ਨਿਕਲ ਕੇ ਕਾਰੋਬਾਰ ਕਰਨ ਆਏਗਾ ਜਾਂ ਆਪਣੇ ਬਾਉਂਸਰਸ ਨੂੰ ਨਾਲ ਲਾ ਕੇ ਰੱਖੇਗਾ ਵੀ ਭਰਾਵਾ ਤੁਸੀਂ ਸਾਈਡ ਤੇ ਖੜੋ, ਮੈਨੂੰ ਕੋਈ ਮਾਰ ਕੁੱਟ ਨਾ ਜਾਵੇ। ਮਤਲਬ ਇੱਕ ਤਰ੍ਹਾਂ ਜੰਗਲ ਰਾਜ ਹੋ ਗਿਆ। ਜੰਗਲ ਰਾਜ ਹੋ ਗਿਆ। ਜੰਗਲ ਰਾਜ ਤੋਂ ਵੀ ਵਰਸਟ ਕੰਡੀਸ਼ਨ ਹੋ ਗਈ। ਦੇਖੋ ਛੋਟੇ ਛੋਟੇ ਬੱਚੇ, ਇਹਨਾਂ ਤੇ ਹੱਥ ਚੱਕਣਾ ਕੋਈ ਵਾਜਬ ਗੱਲ ਹੈ? ਇਹਨਾਂ ਦੇ ਫਾਦਰ, ਬੱਚਿਆਂ ਦੇ ਸਾਹਮਣੇ ਫਾਦਰ ਤੇ ਹੱਥ ਚੱਕਣਾ ਵਾਜਬ ਗੱਲ ਹੈ? ਇਹਨਾਂ ਦੇ ਫਾਦਰ ਤੇ ਹੱਥ ਚੱਕਣਾ ਚੰਗੀ ਗੱਲ ਹੈ? ਚੈਨ ਤੋੜ ਕੇ ਲੈ ਕੇ ਜਾ ਰਹੇ ਹੋ, ਪੈਸੇ ਕੱਢ ਕੇ ਲੈ ਕੇ ਜਾ ਰਹੇ ਹੋ, ਕੋਈ ਸ਼ੋਭਾ ਵਾਲੀ ਗੱਲ ਕਰੋ। ਤੁਸੀਂ ਲੜਨ ਆਏ ਹੋ, ਤੁਸੀਂ 2-4 ਗੱਲਾਂ ਕਰੋ। ਗੱਲਾਂ ਦਾ ਹੱਲ ਨਹੀਂ ਹੁੰਦਾ, ਫਿਰ ਜ਼ਿੰਮੇਵਾਰੀ ਹੁੰਦੀ ਹੈ। ਤੁਸੀਂ ਗੱਲਾਂ ਨਹੀਂ ਕੀਤੀਆਂ, ਕੁਝ ਨਹੀਂ ਕੀਤਾ, ਧੱਕਾ ਮਾਰਿਆ, ਬੇਟਾ ਧੱਕਾ ਮਾਰਿਆ, ਗੱਲੇ 'ਚ ਹੱਥ ਪਾਇਆ, ਪੈਸੇ ਲੈ ਗਏ, ਪਾਪਾ ਦੀ ਗਲੇ ਚੈਨ ਪਾਈ, ਤੋੜੀ, ਜੇਬ 'ਚ ਪਾਈ, ਲੈ ਗਏ। LCD ਲੱਗੀ ਸੀ, LCD ਤੋੜਤੀ, ਸ਼ੀਸ਼ਾ ਲੱਗਿਆ, ਸ਼ੀਸ਼ਾ ਤੋੜਤਾ। ਦਿਸ ਇਜ਼ ਨਾਟ ਅ ਵੇ ਨਾ। ਹੁਣ ਆਪਾਂ ਆਫਟਰ ਇਸ ਚੀਜ਼, ਮੇਰੇ ਹਿਸਾਬ ਨਾਲ ਤਾਂ ਦੁਕਾਨ ਦੇ ਅੰਦਰ ਵੜ ਕੇ ਜੋ ਇਹਨਾਂ ਨੇ ਕੀਤਾ, ਤੇ ਘੱਟੋ ਘੱਟ 452 ਲੱਗਣੀ ਚਾਹੀਦੀ, ਔਰ ਇਸ ਚੀਜ਼ ਨੂੰ ਅਸੀਂ ਇੰਪਲੀਮੈਂਟ ਕਰਾ ਕੇ ਹੀ ਛੱਡਾਂਗੇ, ਵਰਨਾ ਸਾਹ ਨਹੀਂ ਲਵਾਂਗੇ। ਲੇਕਿਨ ਪਾਰਟੀ ਕਿੱਥੇ? ਕੁੱਟਮਾਰ ਕਰਨ ਤੋਂ ਬਾਅਦ ਫਰਾਰ ਹੋ ਉੱਥੇ ਖੜੀ ਹੈ ਜੀ, ਉਹ ਪਾਰਟੀ ਉੱਥੇ ਹੀ ਖੜੀ ਹੈ। ਔਰ ਸਭ ਤੋਂ ਵੱਡੀ ਮਜ਼ੇ ਦੀ ਗੱਲ ਹੈ, ਜਿਹੜਾ ਇੰਚਾਰਜ ਹੈ ਫਿਲਹਾਲ ਜਸਵੀਰ ਸਿੰਘ, ਉਹ ਵੀ ਉੱਥੇ ਉਹਨਾਂ ਦੇ ਕੋਲ ਹੀ ਖੜਾ। ਉਹ ਸਾਡੇ ਕੋਲ ਨਹੀਂ ਆਇਆ ਹੋਇਆ, ਉਹਨਾਂ ਦੇ ਕੋਲ ਉਹਨਾਂ ਦੀ ਸੁਣ ਰਿਹਾ ਉਹ। ਲੇਕਿਨ ਤੁਸੀਂ ਤਾਂ ਕਿਹਾ ਸੀ ਬਲੱਡ ਕੈਂਪ ਤੇ। ਬਲੱਡ ਕੈਂਪ 'ਚ ਗਏ ਹੋਏ ਨੇ, ਇੱਥੇ ਹੈ ਨਹੀਂ, ਇੱਥੋਂ ਚਲੇ ਗਏ ਹੋਏ ਨੇ। ਇੱਥੇ ਹੀ ਖੜੇ ਨੇ, ਨਹੀਂ ਹੈਗੇ ਰਾਜੇ, ਇੱਥੇ ਚਲੇ ਗਏ ਨੇ, ਬਲੱਡ ਕੈਂਪ 'ਚ ਗਏ ਨੇ। ਉਹਨਾਂ ਨੂੰ ਫੋਨ ਕੀਤਾ ਸੀ, ਉਹ ਕਹਿੰਦੇ ਮੈਂ 10 ਮਿੰਟ 'ਚ ਆ ਰਿਹਾ। ਲੇਕਿਨ ਪੁੱਤ ਅੱਗੇ ਆਓ, ਇਹ ਸਭ ਜੈਕਟ ਦੇ ਜੋ ਜੀਪਾਂ ਜੂਪਾਂ ਟੁੱਟੀਆਂ ਹੋਈਆਂ, ਇਹ ਖਿੱਚੇ ਗਏ ਹੋਏ ਨੇ, ਇਹ ਸਭ ਉਹਨਾਂ ਵੱਲੋਂ? ਜਿਸ ਟਾਈਮ ਮੈਨੂੰ ਮਾਰਦੇ ਪਏ ਸੀਗੇ, ਮੈਂ ਅੱਗੇ ਆ ਗਿਆ। ਮੈਨੂੰ 25 ਤੋਂ 30 ਬੰਦਿਆਂ ਨੇ ਘੱਟੋ ਘੱਟ ਨਹੀਂ ਤਾਂ ਮੈਨੂੰ ਥੱਪੜ ਮਾਰੇ। ਮੇਰੀ ਦੁਕਾਨ ਦੇ ਅੰਦਰ ਬੈਠ ਕੇ ਹਮਲਾ ਕੀਤਾ ਹੈ ਜੀ ਮੇਰੇ ਤੇ। ਦੁਕਾਨ ਦੇ ਅੰਦਰ ਬੈਠ ਕੇ ਗੱਲ ਕੀ ਸੀਗੀ ਕਿ ਇਹੀ ਗੱਲ ਸੀਗੀ ਕਿ ਦੇਖੋ ਸਾਡੀ ਦੁਕਾਨ ਤੋਂ ਕਿਸੇ ਨੇ ਮਾਲ ਚੱਕਿਆ। ਅਸੀਂ ਕਿਹਾ ਕਿ ਤੁਸੀਂ ਰੇੜੀਆਂ ਵਾਲੇ ਦਾ ਵੀ ਮਾਲ ਚੱਕੋ। ਜਦ ਇੰਨੀ ਗੱਲ ਹੋਈ, ਅਸੀਂ ਆਪਣੀ ਗੱਲ ਕਰਕੇ ਅਸੀਂ ਆਪਣੀ ਦੁਕਾਨ ਤੇ ਆ ਕੇ ਬੈਠ ਗਏ ਤੇ ਇੰਨੀ ਦੇਰ 'ਚ ਸਾਰੀ ਯੂਨੀਅਨ ਇਕੱਠੀ ਹੋ ਗਏ। ਘੱਟੋ ਘੱਟ 25 ਤੋਂ 30 ਜਾਣੇ ਇਕੱਠੇ ਹੋ ਕੇ ਅੰਦਰ ਆਏ ਦੁਕਾਨ ਦੇ, ਆ ਕੇ ਮੈਨੂੰ ਥੱਪੜ ਮਾਰਨ ਲੱਗ ਗਏ, ਮੇਰੇ ਪਾਪਾ ਨੂੰ ਮਾਰਨ ਲੱਗ ਗਏ ਤੇ ਉਸ ਤੋਂ ਬਾਅਦ ਮੇਰੇ ਦਾਦਾ ਜੀ ਨੂੰ ਮਾਰਨ ਲੱਗ ਗਏ ਜੀ। ਕੀ ਮਾਰਿਆ? ਕੀ ਹੱਥਾਂ ਸੀਗਾ ਉਹਨਾਂ ਦੇ? ਉਹਨਾਂ ਦੇ ਹੱਥਾਂ 'ਚ ਜੀ ਦੇਖੋ, ਇੱਕ ਨੇ ਮੁੱਕੇ ਵਗੈਰਾ ਕਾਫੀ ਮਾਰੇ, ਮੇਰੇ ਮੁੱਕੇ ਵਗੈਰਾ, ਥੱਪੜ ਵਗੈਰਾ ਬਹੁਤ ਮਾਰੇ ਹੈ ਜੀ। ਸਰ ਜੀ ਇਹ ਦੇਖੋ, ਇਹ ਬੱਚਾ ਲੜਨ ਵਾਲਾ ਲੱਗਦਾ ਤੁਹਾਨੂੰ? 18-19 ਸਾਲ ਦਾ ਬੱਚਾ ਹੋਵੇ, ਇੱਦਾਂ ਆ ਕੇ ਉਹ ਬਦਮਾਸ਼ੀਆਂ ਕਰਨ ਦੁਕਾਨ ਤੇ, ਕਿਹੜੀ ਸ਼ੋਭਾ ਹੁੰਦੀ ਜੀ ਗੱਲ? ਇਹਦਾ ਅਸੀਂ ਜੰਗਲ ਰਾਜ ਹੈਗਾ ਬਿਲਕੁਲ। ਤੂੰ ਡਰ ਵੀ ਰਿਹਾ ਬੋਲਦੇ ਹੋਏ? ਨਹੀਂ ਭਾਜੀ ਐਕਚੁਅਲੀ ਗੱਲ ਕੀ ਹੈ, ਕਦੀ ਅੱਜ ਤੱਕ ਇਹਦਾ ਦਾ ਮਾਹੌਲ ਦੇਖਿਆ ਹੀ ਨਹੀਂ ਹੈ ਜੀ। ਆਪਾਂ ਜੋ ਸਾਫ਼ ਗੱਲ ਕਹਾਂਗੇ, ਇਦਾਂ ਦਾ ਕਦੀ ਮਾਹੌਲ ਨਹੀਂ ਦੇਖਿਆ, ਕਦੀ ਇਦਾਂ ਕਦੀ ਗੱਲ ਹੋਈ ਵੀ ਨਹੀਂ ਸਾਡੀ ਕਿਸੇ ਨਾਲ ਅੱਜ ਤੱਕ। ਜਦੋਂ ਆਏ ਉਹਨਾਂ ਨੇ ਇੱਕੋ ਦਮ ਹਮਲਾ ਕੀਤਾ, ਕੋਈ ਗੱਲ ਨਹੀਂ ਸੁਣੀ, ਕੋਈ ਕੁਛ ਨਹੀਂ ਕੀਤਾ, ਆ ਕੇ ਸਿੱਧਾ ਹਮਲਾ ਕੀਤਾ ਜੀ ਸਾਡੇ ਤੇ। ਕੋਈ ਕੰਬ ਕਿਉਂ ਰਿਹਾ ਤੂੰ? ਆਰਾਮ ਵੀਡੀਓ ਹਾਂ, ਉਹ ਚਾਵਲੇ ਦੇ ਉਹਦੇ ਅੰਦਰ ਹੈਗੀ ਆ, ਸਾਡੀ ਜਿਹੜੀ ਦੁਕਾਨ ਦੇ ਕੈਮਰੇ ਖਰਾਬ ਹੈ ਜੀ। ਬਾਹਰਲੀ ਕੋਈ ਵੀਡੀਓ ਹੋਗੀ? ਮੈਂ ਵੀਡੀਓਜ਼ ਤੁਹਾਨੂੰ ਸਭ ਕੁਝ ਪ੍ਰੋਵਾਈਡ ਕਰਾ ਦੂੰਗਾ, ਬਟ ਮੇਰਾ ਇੱਕ ਕੁਐਸਚਨ ਹੈ ਕਾਰਪੋਰੇਸ਼ਨ ਵਾਲਿਆਂ ਕੋਲੋਂ, ਕਿਆ ਇਹ ਜਿਹੜੀ ਮੁਹਿੰਮ ਚੱਲ ਰਹੀ ਹੈ ਸਿਰਫ ਦੁਕਾਨਦਾਰਾਂ ਵਾਸਤੇ ਹੀ ਹੈ? ਰੇੜੀ ਵਾਲੇ ਇਹਨਾਂ ਨੂੰ ਕੋਈ ਇਹਨਾਂ ਦੇ ਖਾਸ ਰਿਸ਼ਤੇਦਾਰ ਹੈ ਜਿਹੜੇ ਰੇੜੀ ਦੇਂਦੇ ਨਹੀਂ, ਜਿਨ੍ਹਾਂ ਦੀ ਕੋਈ ਰਜਿਸਟਰੀ ਨਹੀਂ, ਕੋਈ ਪ੍ਰਾਪਰਟੀ ਨਹੀਂ, ਸਾਰੀਆਂ ਸੜਕਾਂ ਰੇੜੀਆਂ ਨਾਲ ਭਰੀਆਂ, ਉਹਨਾਂ ਤੇ ਕੋਈ ਮੁਹਿੰਮ ਨਹੀਂ ਹੈਗੀ? ਦੁਕਾਨਦਾਰਾਂ ਵਾਸਤੇ ਹੀ ਪਰਸਨਲੀ ਮੁਹਿੰਮ ਚਲਾਈ ਗਈ ਹੈ? ਕਿਆ ਹੈ? ਆਬਵੀਅਸਲੀ ਉਹਨਾਂ ਨੂੰ ਮਹੀਨਾ ਜਾਂਦਾ ਤਾਂ ਹੀ ਹੈ ਨਾ ਜੀ। ਉੱਥੋਂ ਦੀ ਤਾਂ ਪੁੱਛਗਿੱਛ ਕੀਤੀ ਨਹੀਂ। ਚੰਦ ਕਦਮ ਪਿਛਲੀਆਂ ਦੁਕਾਨਾਂ ਤੋਂ ਆਪਾਂ ਸਮਾਨ ਚੱਕ ਰਹੇ ਹਾਂ। ਜਿਹੜੇ ਦੁਕਾਨਦਾਰਾਂ ਨੇ ਕਰੋੜਾਂ ਰੁਪਏ ਦੀ, ਅਰਬਾਂ ਰੁਪਏ ਦੀਆਂ ਆਪਣੀਆਂ ਦੁਕਾਨਾਂ ਖਰੀਦੀਆਂ ਹੋਈਆਂ, ਹੈ ਕਿ 10,000 30,000 ਦਾ ਸਮਾਨ ਹਰ ਦੁਕਾਨਦਾਰ ਬਾਹਰ ਲਾਂਦਾ ਵੀ ਮੇਰਾ ਗਾਹਕ ਮਾਲ ਦੇ ਕੇ ਗਾਹਕ ਅੰਦਰ ਆ ਜੇ। ਤੇ ਜਿਹੜੀਆਂ ਰੇੜੀਆਂ ਦੀ ਵੈਲਿਊ 10,000 5,000 ਸਣੇ ਮਾਲ ਹੁੰਦੀ ਹੈ, ਸਣੇ ਸਭ ਕੁਝ ਹੁੰਦੀ ਹੈ, ਉਹਨੂੰ ਆਪਾਂ ਹੱਥ ਨਹੀਂ ਪਾ ਰਹੇ। ਇੱਥੇ ਹਫਤਾ ਜਾਂਦਾ, ਮਹੀਨਾ ਜਾਂਦਾ, ਕੋਈ ਇਹੋ ਜਿਹਾ ਸਿਸਟਮ ਹੀ ਹੋਣਾ ਤਾਂ ਆ ਕੇ ਹੀ ਸਿਰਫ ਦੁਕਾਨ ਨੂੰ ਟਾਰਗੇਟ ਕੀਤਾ? ਬਿਲਕੁਲ ਟਾਰਗੇਟ ਹੀ ਇਹਨਾਂ ਨੂੰ ਕੀਤਾ। ਇਹਨਾਂ ਨੂੰ ਟਾਰਗੇਟ ਕਰਨ ਤੋਂ ਬਾਅਦ ਦੂਸਰੀ ਮਜ਼ੇ ਦੀ ਗੱਲ ਹੈ, ਉਹ ਦੂਸਰੇ ਪਾਸੋਂ ਉਹ ਵੀ ਬੰਦੇ ਤਿਆਰ ਸੀਗੇ, ਉਹਨਾਂ ਨੇ ਵੀ ਆ ਕੇ ਇਹਨਾਂ ਤੇ ਟਾਰਗੇਟ ਕਰਤਾ ਵੀ ਆ ਕੇ ਮਾਰਕੁੱਟ ਕਰ ਦਿਓ, ਪੈਸੇ ਖੋਲੋ ਲੋ। ਉਹਨਾਂ ਨੂੰ ਪਤਾ ਸੀ ਜਿਸ ਤਰ੍ਹਾਂ ਵੀ ਇਹਨਾਂ ਦੀ ਕਮੇਟੀ ਆਣੀ, ਇਹਨਾਂ ਦੀ ਕਮੇਟੀ ਆਈ ਹੋਈ ਸੀ। ਐਜ਼ ਇਟ ਇਜ਼ ਕਮੇਟੀ ਦਾ ਬੰਡਲ ਗੈਪ ਹੈ, ਉੱਥੋਂ ਦੀ ਬੰਡਲ ਨਹੀਂ ਹੈ। ਸਾਰਾ ਕੁਝ ਬਿੱਲੇ ਦਾ ਮੁੰਡਾ ਸਾਨੂੰ ਧਮਕੀ ਦੇ ਗਿਆ, ਕਹਿੰਦਾ ਤੁਸੀਂ ਰਿਪੋਰਟ ਲਿਖਵਾਓ, ਤੁਹਾਨੂੰ ਘਰੋਂ ਚੁਕਵਾ ਲੂੰਗਾ ਜੀ। ਸਰਿਆਮ ਹੀ? ਹਾਂਜੀ, ਸ਼ਰੇਆਮ ਕਹਿੰਦਾ ਮੈਂ ਘਰੋਂ ਚੁਕਵਾ ਲੂੰਗਾ ਤੁਹਾਨੂੰ, ਇੱਕ ਬੰਦੇ ਨੂੰ। ਤੁਸੀਂ ਇੱਕ ਕੰਪਲੇਂਟ ਲਿਖਵਾ ਕੇ ਦੇਖੋ। ਕਹਿੰਦਾ ਦੱਸੋ ਇੰਨਾ ਧੱਕਾ ਸਹੂਗਾ ਕੋਈ ਦੁਕਾਨਦਾਰ? ਅਸੀਂ ਵੀ ਇੱਜ਼ਤਦਾਰ ਸਿਟੀਜ਼ਨ ਹੈਗੇ ਆ, ਇੱਦਾਂ ਧੱਕਾ ਕੀਤਾ ਇਹਨਾਂ ਨੇ ਸਾਡੇ ਨਾਲ। ਕਿਸ ਤਰ੍ਹਾਂ
ਰਹੇਗਾ ਫਿਰ ਇਸ ਦਾ ਮਾਹੌਲ ਕਿਸ ਤਰ੍ਹਾਂ ਮਾਹੌਲ ਆ? ਕੱਲ ਬੀਜੇਪੀ ਦੀ ਜਲੰਧਰ ਦੇ ਵਿੱਚ ਇੱਕ ਵਰਕਰ ਮੌਤ ਹੋ ਜਾਂਦੀ ਗੋਲੀਆਂ ਮਾਰ ਕੇ ਸਰੇਆਮ। ਲੁਧਿਆਣਾ ਸ਼ਹਿਰ ਦੇ ਵਿੱਚ ਦੂਜਾ ਤੀਜਾ ਮਾਮਲਾ ਹੈਗਾ ਜੋ ਦਹਿਸ਼ਤਗਰਦੀ ਦੇਖਣ ਨੂੰ ਮਿਲਦੀ। ਸਰਕਾਰ ਕਹਿੰਦੀ ਹੈ ਕਿ ਇਹਨਾਂ ਦੇ ਨਕੇਲ ਪਾਈ ਜਾਊਗੀ, ਨਕੇਲ ਕਿੱਥੋਂ ਪਾ ਲੇਗੀ? ਇਹ ਨਕੇਲ ਨਹੀਂ ਪੈਣੀ ਵਿਸ਼ਾਲ ਜੀ, ਇਹ ਨਕੇਲ ਨਹੀਂ ਪੈਣੀ। ਇਹ ਡੇ ਬਾਏ ਡੇ ਇਹ ਵਾਲਾ ਜਿਹੜਾ ਫੰਡਾ ਚੱਲ ਰਿਹਾ ਹੈ ਵਧਣਾ ਹੈ। ਇਹ ਤਾਂ ਸਾਨੂੰ ਲੋਕਾਂ ਨੂੰ ਸੋਚ ਪੈ ਗਈ ਵੀ ਜਿਹੜੇ ਸਾਡੇ ਬੱਚੇ ਹਲੇ ਛੋਟੇ ਨੇ, ਜਦੋਂ ਉਹਨਾਂ ਨੇ ਸਿਰ ਕੱਢਣਾ ਉਹਨਾਂ ਨੇ ਵੀ ਇਹੀ ਗੱਲ ਕਰਨੀ ਜੀ ਮੈਂ ਤਾਂ ਗੈਂਗਸਟਰ ਬਣਨਾ, ਕਾਰੋਬਾਰ ਨਹੀਂ ਕਰਨਾ। ਮੈਂ ਗੈਂਗਸਟਰ ਦੀ ਲਾਈਫ ਬਹੁਤ ਈਜ਼ੀ ਹੈ, ਬੜੀ ਈਜ਼ੀ ਮਨੀ ਮਿਲਦੀ। ਮੈਂ ਗੈਂਗਸਟਰ ਬਣਨਾ, ਮੈਂ ਤਾਂ ਗੈਂਗਸਟਰ ਦੀ ਲਾਈਫ ਜੀਣੀ ਹੈ। ਮੈਂ ਕਾਰੋਬਾਰ 'ਚ ਮੈਂ ਨਹੀਂ ਸਾਰਾ ਦਿਨ ਡਿਊਟੀਆਂ ਦੇ ਸਕਦਾ। ਭਾਈ ਬਾਪੂ ਤੂੰ ਕਮਾ ਲਿਆ ਜੋ ਕਮਾਣਾ ਸੀ, ਮੈਂ ਨਹੀਂ ਕੁਝ ਵੀ ਕਰ ਸਕਦਾ। ਅਸੀਂ ਨਹੀਂ ਚਾਹੁੰਦੇ ਸਾਡੇ ਘਰ ਦਾ ਸਾਡੇ ਬੱਚਿਆਂ ਦਾ ਮਾਹੌਲ ਆ ਹੋਵੇ। ਅਸੀਂ ਇੱਕ ਸਿੰਪਲ ਜੇ ਇੱਕ ਸਧਾਰਨ ਜੇ ਦੁਕਾਨਦਾਰ ਆ। ਗਾਹਕ ਦੀ ਵੀ ਆਓ ਭਗਤ ਕਰੋ, ਸਾਰਿਆਂ ਦੀ ਆਓ ਭਗਤ ਕਰੋ। ਜਿਹੜਾ ਬੰਦਾ ਆਓ ਭਗਤ ਕਰ ਲਿਆ ਉਹਨਾਂ ਦੀ ਅਸੀਂ ਆਓ ਭਗਤ ਕਰ ਰਹੇ ਹਾਂ, ਸਾਡੇ ਚਪੇੜਾ ਮਾਰ ਰਹੇ ਆ। ਕਿੱਥੇ ਦੀ ਸਿਆਣਪ ਹੈ, ਕਿੱਥੇ ਦਾ ਹਿਸਾਬ ਹੈ, ਤੁਸੀਂ ਆਪ ਸੋਚ ਦਿਓ ਵੀ ਕੀ ਸਾਨੂੰ ਮਿਲੇਗਾ ਇਸ ਚੀਜ਼ ਦਾ। ਦੇਖਦੇ ਹੋ ਇਸ ਇਲਾਕਿਆਂ 'ਚੋਂ ਵਾਰਦਾਤ ਅੱਗੇ ਆ ਜਾਓ। ਕਾਉਂਸਲਰ ਹੋ, ਰੇਟਾ ਸਾਹਿਬ ਹੋ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਚੀਜ਼ਾਂ ਨੂੰ? ਜੋ ਕੁਝ ਹੋ ਰਿਹਾ ਜੀ ਉਹ ਮਾੜਾ ਹੋ ਰਿਹਾ, ਇਹ ਨਿੰਦਾਯੋਗ ਹੈ। ਚਾਹੇ ਉਹ ਕਾਰਪੋਰੇਸ਼ਨ ਸਾਡੇ ਮੁਲਾਜ਼ਮ ਹੈ, ਉਹ ਸਿੰਗਲ ਦੁਕਾਨਦਾਰ ਨੂੰ ਟਾਰਗੇਟ ਕਰ ਰਹੇ ਹੈ, ਰੇਹੜੀ ਫੜੀ ਨੂੰ ਛੱਡਿਆ ਜਾ ਰਿਹਾ ਹੈ, ਕਮਿਸ਼ਨ ਏਜੰਟ ਬਣ ਗਏ ਆ ਉਹ। ਤੇ ਜੇ ਆਪਾਂ ਕਹੀਏ ਗੈਂਗ ਵਾਰ, ਉਹ ਬੜਾ ਮਾੜਾ ਹੋ ਰਿਹਾ। ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਸਰਕਾਰ ਨੂੰ ਇਹਦੇ ਤੇ ਨਕੇਲ ਕੱਸਣੀ ਚਾਹੀਦੀ ਹੈ। ਇਲਾਕੇ 'ਚ ਵੀ ਬੜੀ ਲਗਾਤਾਰ ਪਿੱਛੇ ਗੱਡੀਆਂ ਸ਼ੀਸ਼ੇ ਤੋੜੇ ਗਏ ਸੀ, ਵਾਰਦਾਤਾਂ ਹੋਈਆਂ ਸੀਗੀਆਂ, ਲੇਕਿਨ ਜਾ ਕਿੱਧਰ ਰਿਹਾ? ਦੁਕਾਨ ਤੇ ਬੈਠਾ ਹੁਣ ਦੁਕਾਨਦਾਰ ਵੀ ਸੁਰੱਖਿਅਤ ਨਹੀਂ ਹੈਗਾ। ਉਹੀ ਮੈਂ ਕਹਿ ਰਿਹਾ ਜੀ, ਇਹ ਸਰਕਾਰ ਨੂੰ ਇਹਦੇ ਤੇ ਨਕੇਲ ਕੱਸਣੀ ਚਾਹੀਦੀ ਹੈ। ਲੋਅ ਐਂਡ ਆਰਡਰ ਜਿਹੜਾ ਇਹਨਾਂ ਨੂੰ ਮੇਨਟੇਨ ਕਰਨਾ ਚਾਹੀਦਾ ਵੈ। ਅੱਜ ਮੇਰੇ ਹਿਸਾਬ ਨਾਲ ਜਿੱਥੇ ਆਪਾਂ ਖੜੇ ਹਾਂ ਜੀ, ਸ਼ਿੰਗਾਰ ਚੌਂਕੀ ਦੇ ਬਾਹਰ ਖੜੇ ਹਾਂ, ਕੁਝ ਕਦਮਾਂ ਦੀ ਦੂਰੀ ਤੇ ਇਹਨਾਂ ਦੀ ਦੁਕਾਨ ਹੈ ਜੀ, ਜਿੱਥੇ ਇਨਸੀਡੈਂਟ ਹੋਇਆ ਵੈ। ਤੇ ਜੋ ਇਨਸੀਡੈਂਟ ਹੋਇਆ ਉਹ ਬਹੁਤ ਮਾੜਾ ਵਾ ਜੀ। ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਇਹ ਚੀਜ਼ਾਂ ਲਈ ਸਾਨੂੰ ਗੌਰ ਕਰਨਾ ਚਾਹੀਦਾ ਹੈ। ਇਹ ਤਾਂ ਨਹੀਂ ਹੈਗਾ ਕਿ ਆਪਾਂ ਮਾੜੇ ਘੜੋਂ ਬਿਲੋਂਗ ਕਰਦੇ ਹਾਂ। ਜੇ ਇੱਕ ਇਮਾਨਦਾਰ ਕੋਈ ਚੰਗਾ ਦੁਕਾਨਦਾਰ ਆਪਣੀ ਦੁਕਾਨ ਤੇ ਬੈਠਾ ਹੈ ਤੇ ਉਹਦੇ ਨਾਲ ਲੈਣਾ ਧੱਕਾ ਇਹ ਸਹਿਆ ਨਹੀਂ ਜਾਏਗਾ। ਸਰਕਾਰ ਨੂੰ ਇਹਦੇ ਉੱਤੇ ਨਕੇਲ ਕੱਸਣੀ ਚਾਹੀਦੀ ਹੈ। ਕਿਸ ਤਰ੍ਹਾਂ ਕੱਸੀ ਜਾਊਗੀ ਨਕੇਲ? ਇਹ ਤਾਂ ਲੋਨ ਉਹਨਾਂ ਸਰਕਾਰ ਨੇ ਮੇਨਟੇਨ ਕਰਨਾ ਹੈ। ਸਾਡੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਇਹਦਾ ਖਿਆਲ ਕਰੋ, ਤੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਵੀ ਰਿਕੁਐਸਟ ਕਰਦੇ ਹਾਂ, ਜਿਹੜੇ ਆ ਸਾਡੇ ਅਫਸਰ ਸਾਹਿਬਾਨ ਹੈ, ਜਿਹੜੇ ਕਮਿਸ਼ਨਾਂ ਲੈ ਰੇਹੜੀਆਂ ਨੂੰ ਛੱਡਦੇ ਆ ਤੇ ਦੁਕਾਨਦਾਰਾਂ ਨੂੰ ਟਾਰਗੇਟ ਕਰਦੇ ਆ, ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ। ਇਹ ਵੀ ਪੈਸੇ ਦੇਣਗੇ ਤੇ ਇਹਨਾਂ ਦਾ ਵੀ ਸਮਾਨ ਬਾਹਰ ਪਿਆ ਰਵੇ। ਜੇ ਨਹੀਂ ਪੈਸੇ ਦੇਣਗੇ ਇਹਨਾਂ ਦਾ ਸਮਾਨ ਚੱਕ ਕੇ ਲੈ ਜਾਣਗੇ। ਕਾਰਵਾਈ ਹੋ ਰਹੀ ਹੈ, ਵੀਰ ਦੀ ਗੱਲ ਵੀ ਬਿਲਕੁਲ ਸਹੀ ਹੈ ਕਿ ਸਹੀ ਕਾਰਵਾਈ ਹੋਣੀ ਚਾਹੀਦੀ ਹੈ। ਹਰ ਕਿਸੇ ਦੇ ਵਿੱਚ ਪੱਖਪਾਤ ਨਹੀਂ ਕਰਨਾ ਜਾਣਾ ਚਾਹੀਦਾ। ਵੀਰ ਨੇ ਇੰਨੀ ਗੱਲ ਥੋੜੀ ਨਾ ਹੋ ਗਿਆ ਇਹਦੇ 'ਚ। ਬਿਲਕੁਲ ਸਹੀ ਗੱਲ ਹੈ ਜੀ। ਜੇ ਕਾਰਵਾਈ ਕਰਨੀ ਹੈ, ਤੁਸੀਂ ਇੱਕ ਦੁਕਾਨ ਤੋਂ ਬਾਹਰੋਂ ਸਮਾਨ ਚੱਕਿਆ, ਜੇ ਬਾਕੀ ਰੇਹੜੀਆਂ ਬਾਹਰ ਲੱਗੀਆਂ ਉਹਨਾਂ ਦਾ ਵੀ ਸਮਾਨ ਚੱਕੋ। ਤੁਸੀਂ ਸ਼ਿੰਗਾਰ ਰੋਡ ਤੇ ਹੁਣ ਇੱਕ ਪੈਦਲ ਗੇੜਾ ਹੀ ਕੱਟ ਲਿਓ, ਇੱਥੇ 500 ਰੇਹੜੀ ਲੱਗੀ ਹੋਣੀ ਹੈ, ਉਹ ਤਾਂ ਉਹਨਾਂ ਨੂੰ ਦਿਸਦੀ ਕੋਈ ਨਹੀਂ। ਤਾਂ ਜਿਹੜੇ ਇਹਨਾਂ ਦੇ 4 ਬੈਗ ਜੇ ਲੱਗੇ ਉਹ ਚੱਕ ਕੇ ਲੈ ਜਾਣੇ ਆਪਾਂ। ਇਹ ਧੱਕਾ ਕਿੰਨੀ ਕੁ ਦੇਰ ਸਵਾਂਗੇ ਆਪਾਂ? ਬਿਲਕੁਲ ਇਹ ਦੁਕਾਨਦਾਰ ਨੇ ਜਿਨ੍ਹਾਂ ਨੇ ਆਰੋਪ ਲਗਾਇਆ ਕਿ ਮੈਂ ਸਿਰਫ ਇੱਕ ਗੱਲ ਕੀਤੀ ਕਿ ਬਾਕੀਆਂ ਤੇ ਵੀ ਕਾਰਵਾਈ ਕਰੋ। ਅਗਰ ਬਾਕੀਆਂ ਦੀ ਗੱਲ ਕੀਤੀ ਤਾਂ ਇਹਨਾਂ ਨੇ ਕੁੱਟਮਾਰ ਕਰ ਦਿੱਤੀ। ਤੁਹਾਨੂੰ ਉਹ ਸੀਸੀ ਫੁਟੇਜ ਵੀ ਦਿਖਾਵਾਂਗੇ। ਲੇਕਿਨ ਧਰਮਪੁਰਾ ਚੌਂਕੀ ਪਹੁੰਚੇ ਹੋਏ ਨੇ, ਦਰਖਾਸਤ ਲਿਖਾਈ ਜਾ ਰਹੀ ਹੈ। ਕੁੱਟਮਾਰ ਤਾਂ ਕੀਤੀ। ਬਿੱਲੇ ਦਾ ਮੁੰਡਾ ਨਾ ਰੇੜੀਆਂ ਵਾਲਿਆਂ ਕੋਲੋਂ ਮਹੀਨਾ ਲੈਂਦਾ, ਅੱਗੇ ਉਹ ਲਗਵਾਉਂਦਾ ਰੇੜੀਆਂ, ਉਹ ਤਾਂ ਆਇਆ ਤੈਸ਼, ਉਹਨੇ ਤਾਂ ਕੁੱਟਮਾਰ ਕਰਵਾਈ ਹੈ ਜੀ। ਲੇਕਿਨ ਤੁਹਾਨੂੰ ਹਾਲਾਤ ਦਿਖਾਵਾਂਗੇ ਸਮਰਾਲਾ ਚੌਂਕ ਤੋਂ ਲੈ ਕੇ ਬਾਬਾ ਥਾਂ ਸਿੰਘ ਚੌਂਕ ਤੱਕ ਦੇ। ਕਾਰਪੋਰੇਸ਼ਨ ਆਪਣੀ ਥਪਥਪਾਈ ਵਾਸਤੇ ਮੀਡੀਆ ਦੇ ਲਗਾਤਾਰ ਨਿਊਜ਼ ਲਗਵਾਉਂਦੀ ਹੈ ਕਿ ਅਸੀਂ ਬੜੀ ਵਧੀਆ ਡਰਾਈਵ ਚਲਾ ਰਹੇ ਹਾਂ, ਲੇਕਿਨ ਤੁਹਾਨੂੰ ਹਾਲਾਤ ਦਿਖਾਵਾਂਗੇ ਇਸ ਰੋਡ ਦੇ ਉੱਤੇ ਕਿ ਫੁੱਟਪਾਥ ਦੇ ਉੱਤੇ ਵੀ ਕਿੰਨਾ ਕਬਜ਼ਾ ਕਰਕੇ ਰੇੜੀ ਫੜੀ ਵਾਲੇ ਬੈਠੇ ਹੋਏ ਨੇ। ਸਬਜ਼ੀਆਂ ਵਾਲਿਆਂ ਨੇ ਰੇੜੀਆਂ ਬਾਹਰ ਲਗਾਈਆਂ ਹੋਈਆਂ ਨੇ, ਲੇਕਿਨ ਅਗਰ ਕਾਰਵਾਈ ਕਰਨੀ ਹੈ ਤਾਂ ਮੁਕੰਮਲ ਤੌਰ ਤੇ ਕਰੋ, ਨਹੀਂ ਕਰਨੀ ਤਾਂ ਦੁਕਾਨਦਾਰ ਕਹਿ ਰਹੇ ਸਾਨੂੰ ਪਰੇਸ਼ਾਨ ਨਾ ਕਰੋ। ਡਿਪਾਰਟਮੈਂਟ ਤੋਂ ਹਾਂਜੀ ਭਾਈ ਬੋਲਦੇ ਹਾਂ ਭਾਜੀ। ਵਿਸ਼ਾਲ ਕਪੂਰ ਗੱਲ ਕਰਦਾ ਜੀ, ਪੱਤਰਕਾਰ ਲੁਧਿਆਣਾ ਲਾਈਵ ਤੋਂ। ਹਾਂਜੀ ਭਾਜੀ। ਸਰ ਇੱਕ ਤੁਸੀਂ ਸ਼ਿੰਗਾਰ ਸਿਨੇਮਾ ਕੋਲ ਡਰਾਈਵ ਸ਼ੁਰੂ ਕੀਤੀ ਸੀਗੀ ਕਿ ਜਿਨ੍ਹਾਂ ਨੇ ਰੋਡ ਤੇ ਸਮਾਨ ਸਮੂਹ ਰੱਖਿਆ ਉਹਨਾਂ ਨੂੰ ਚੱਕਣ ਦੀ, ਲੇਕਿਨ ਉੱਥੇ ਰੇੜੀ ਫੜੀ ਵਾਲੇ ਜਿਹੜੇ ਲੱਗੇ ਹੋਏ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਗਈ। ਦੁਕਾਨਦਾਰਾਂ ਦੀ ਆਪਸੀ ਦੇ ਵਿੱਚ ਲੜਾਈ ਝਗੜਾ ਹੋ ਗਿਆ। ਕੀ ਮਾਮਲਾ ਕੀ ਸੀਗਾ? ਉੱਥੇ ਨਾ ਟੈਚੀ ਵਾਲਿਆਂ ਦੀ ਬੜੀ ਦੇਰ ਦੀ ਕੰਪਲੇਂਟ ਚੱਲ ਰਹੀ ਆ ਜੀ। ਕਿ ਟੈਚੀ ਵਾਲੇ ਬਹੁਤ ਜਾ ਕੇ ਸਮਾਨ ਬਾਹਰ ਰੱਖਦੇ ਆ ਜੀ। ਉਹ ਫੁੱਟਪਾਥ ਤੋਂ ਵੀ ਬਾਹਰ ਸਮਾਨ ਰੱਖਦੇ ਨੇ ਜੀ। ਤੇ ਉਹ ਕੰਪਲੇਂਟ ਤੇ ਕਾਰਵਾਈ ਕਰਦੇ ਹੋਏ ਕੀਤੀ ਗਈ ਸੀਗੀ ਅੱਜ। ਲੇਕਿਨ ਸਰ ਉੱਥੇ ਦੇ ਹਾਲਾਤ ਦਿਖਾਏ ਜਾਣ ਤਾਂ ਹਾਲਾਤ ਤਾਂ ਹੋਰ ਵੀ ਲੋਕ ਜਿਹੜੇ ਹੈਗੇ ਨੇ ਸਮਾਨ ਬਾਹਰ ਰੱਖਦੇ ਨੇ। ਸਾਹਮਣੇ ਫਰੂਟ ਵਾਲੇ ਹੈਗੇ ਨੇ, ਅੱਗੇ ਨਿਊਟਰੀ ਕੁਲਚੇ ਵਾਲੇ ਹੈਗੇ ਨੇ, ਅੱਗੇ ਪਾਓ ਭਾਜੀ ਵਾਲੇ ਹੈਗੇ ਨੇ, ਉਹਨਾਂ ਦੇ ਕਾਰਵਾਈ ਕਿਉਂ ਨਹੀਂ ਸਰ? ਉਹ ਸਾਰਿਆਂ ਦੀ ਕਾਰਵਾਈ ਕਰਦੇ ਆ ਭਾਈ ਜੀ। ਲੇਕਿਨ ਇੱਥੇ ਇਹਦਾ ਸ਼ਾਮ ਨੂੰ ਜਿਹੜਾ ਇਸ ਵੇਲੇ ਜਿਹੜਾ ਬਾਹਰ ਜਿਹੜਾ ਸਮਾਨ ਬਾਹਰ ਸੀਗਾ ਨਾ, ਜੀ, ਇਹ ਜਿਹੜਾ ਬਹੁਤ ਸਾਰਾ ਸਮਾਨ ਚੱਕਿਆ ਗਿਆ ਜੀ। ਲੇਕਿਨ ਜੇ ਰੇੜੀ ਫੜੀ ਵਾਲੇ ਸ਼ਾਮ ਨੂੰ ਆਉਂਦੇ ਜ਼ਿਆਦਾ ਕਰਕੇ ਬਾਹਰ। ਲੇਕਿਨ ਭਰਦਵਾਜ ਸਾਹਿਬ ਬਾਰੇ ਤੇ ਆ ਕਿਹਾ ਜਾ ਰਿਹਾ ਕਿ ਸਿਰਫ ਪੱਖਪਾਤ ਕੀਤਾ ਗਿਆ ਇੱਕ ਦੁਕਾਨਦਾਰ ਦੇ ਨਾਲ। ਨਹੀਂ ਪੱਖਪਾਤ ਕਿਸੇ ਨਾਲ ਨਹੀਂ ਕੀਤਾ ਗਿਆ, ਇਹਨਾਂ ਦੀ ਆਪਸੀ ਲੜਾਈ ਹੈ ਦੁਕਾਨਦਾਰਾਂ ਦੀ ਜੀ। ਲੇਕਿਨ ਕਾਰਵਾਈ ਲਗਾਤਾਰ ਚੱਲੇਗੀ। ਜੋ ਰੇੜੀ ਫੜੀ ਵਾਲੇ ਜੋ ਰੂਲ ਹੈ, ਕਾਰਵਾਈ ਦਾ ਆਪਾਂ ਬਰਾਬਰੀ ਕਰਦੇ ਹਾਂ ਨਾ, ਆਪਾਂ ਕਾਰਵਾਈ 'ਚ ਕੋਈ ਕਿਸੇ ਨਾਲ ਪੱਖਪਾਤ ਨਹੀਂ ਕਰਦੇ। ਲੇਕਿਨ ਹੁਣ ਇੱਥੇ ਰਜੇਸ਼ ਜੀ ਮੌਕੇ ਤੇ ਮੈਂ ਮੌਜੂਦ ਹੈਗਾ ਵਾਂ, ਲੇਕਿਨ ਇੱਥੇ ਹੁਣ ਇਸ ਸਮੇਂ ਤੁਸੀਂ ਆ ਸਕਦੇ ਹੋ ਤਾਂ ਦੇਖੋ ਕਿੰਨੀ ਕੁ ਰੋਡ ਘੇਰੀ ਹੋਈ ਹੈ ਸਾਰੇ ਦੁਕਾਨਦਾਰਾਂ ਨੇ।
ਹਾਂਜੀ ਹਾਂਜੀ ਤੇ ਹੁਣ ਕਿਹੜੀ ਕਾਰਵਾਈ ਹੋਊਗੀ ਇਹਨਾਂ ਤੇ ਸਰ? ਇਹ ਦੁਬਾਰਾ ਫਿਰ ਕਰਾਵਾਂਗੇ ਸਰ ਜੀ। ਚਲੋ ਬਹੁਤ ਬਹੁਤ ਚਲਾਨ ਸ਼ੁਕਰੀਆ। ਕਰਾਂਗੇ। ਜਿੰਨਾ ਸਮਾਨ ਬਾਹਰ ਫੁੱਟਪਾਥ ਤੇ ਰੱਖਦੇ ਹਟਦੇ ਨਹੀਂ ਹੈਗੇ, ਦੁਕਾਨ ਤੋਂ ਬਾਹਰ ਸਮਾਨ ਰੱਖਦੇ ਆ, ਉਹਨਾਂ ਦੀ ਕਾਰਵਾਈ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਭਰਦਵਾਜ ਸਾਹਿਬ। ਚਲਾਨ ਕਰਾਵਾਂਗੇ। ਇਹ ਨਗਰ ਨਿਗਮ ਦੇ ਰਜੇਸ਼ ਭਰਦਵਾਜ ਸੀਗੇ, ਤੈਅ ਬਜ਼ਾਰੀ ਤੋਂ ਸੁਪਰੀਡੈਂਟ ਸੀਗੇ, ਜਿਨ੍ਹਾਂ ਨੇ ਕਿਹਾ ਕਿ ਕਾਰਵਾਈ ਕੀਤੀ ਜਾਊਗੀ, ਸਾਡੇ ਤੇ ਕਾਰਵਾਈ ਕੀਤੀ ਜਾਊਗੀ। ਲੇਕਿਨ ਦੁਕਾਨਦਾਰ ਨੇ ਆਰੋਪ ਲਗਾਇਆ ਕਿ ਸਿਰਫ ਮੇਰੇ ਨਾਲ ਪੱਖਪਾਤ ਕੀਤਾ ਗਿਆ। ਜਦੋਂ ਮੈਂ ਕਿਹਾ ਕਿ ਰੇਹੜੀ ਫੜੀ ਵਾਲੇ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇ, ਉਸ ਤੋਂ ਬਾਅਦ ਅਨੱਖੇ ਚ ਆ ਕੇ ਉਹਨਾਂ ਨੇ ਕੁੱਟਮਾਰ ਕੀਤੀ। ਤੁਹਾਨੂੰ ਦੱਸ ਦਈਏ, ਜੋ ਸ਼ਿੰਗਾਰ ਸਿਨੇਮੇ ਕੋਲ ਤੈਅ ਬਜ਼ਾਰੀ ਦੀ ਕਾਰਵਾਈ ਤੋਂ ਬਾਅਦ ਆਪਸੀ ਦੁਕਾਨਦਾਰਾਂ ਦੀ ਜੋ ਲੜਾਈ ਝਗੜਾ ਹੋਇਆ ਸੀ, ਦੂਜਾ ਧਿਰ ਵੀ ਸਾਡੇ ਨਾਲ ਮੌਜੂਦ ਹੈ, ਗੱਲਬਾਤ ਵੀ ਕਰਦੇ ਆ। ਇਹ ਭੱਠੇ ਵਾਲੇ ਨੇ। ਸਰ, ਕੀ ਮਾਮਲਾ ਕੀ ਸੀਗਾ ਪੂਰਾ? ਸਰ ਜੀ ਉਹ ਆਪਣਾ ਕਾਰਪੋਰੇਸ਼ਨ ਆਏ ਸੀ ਰੇੜੀਆਂ ਚੱਕਣ, ਰੇੜੀਆਂ ਚੱਕ ਕੇ ਫਿਰ ਉਹ ਲੈ ਗਏ, ਸਾਰਾ ਕੁਝ ਕਰਨ ਲੱਗ ਗਏ। ਇਹਨਾਂ ਦੇ ਪਹਿਲਾਂ ਟੈਚੀ ਚੱਕੀ ਉਹਨਾਂ ਨੇ, ਟੈਚੀ ਚੱਕਣ ਤੋਂ ਬਾਅਦ ਫਿਰ ਇਹ ਆ ਗਏ ਦੁਕਾਨ ਤੇ ਸਾਡੀ ਤੇ, ਕਹਿੰਦੇ ਆ ਜਿਹੜੇ ਜਿਹੜੀਆਂ ਖੜੀਆਂ ਇਹਨਾਂ ਨੂੰ ਕਾਊਂਟਰਾਂ ਨੂੰ ਵੀ ਚੱਕੋ। ਧੱਕੇ ਨਾਲ ਚਕਾਉਣ ਲੱਗ ਗਏ, ਉਹਨਾਂ ਨੂੰ ਫੜ ਕੇ ਕਾਰਪੋਰੇਸ਼ਨ ਵਾਲਿਆਂ ਨੂੰ ਕਿ ਇਹਨੂੰ ਚੱਕ ਕੇ ਵਿੱਚ ਪਾਓ। ਇਹਨਾਂ ਨੇ ਫਿਰ ਆਪ ਹੱਥ ਲਾ ਕੇ, ਕਾਰਪੋਰੇਸ਼ਨ ਵਾਲਿਆਂ ਨੇ ਹੱਥ ਪਾਇਆ, ਇਹਨਾਂ ਨੇ ਆਪ ਰੇੜੀਆਂ ਚੱਕ ਕੇ ਸਾਡੀਆਂ ਵਿੱਚ, ਅਸੀਂ ਬੋਲਣ ਲੱਗ ਗਏ ਭਾਈ ਤੁਸੀਂ ਇਹਨੂੰ ਵਿੱਚ ਆਉਂਦੇ ਹੋ, ਆਪਣੀ ਦੁਕਾਨ ਤੇ ਤੁਸੀਂ ਜਾਓ। ਨਹੀਂ, ਲੇਕਿਨ ਇਹ ਕਹਿ ਰਹੇ ਕਿ ਸਾਡੇ ਦੁਕਾਨ ਦੇ ਉੱਤੇ ਆ ਕੇ ਤੁਹਾਡੇ ਲੋਕਾਂ ਨੇ ਹਮਲਾ ਕੀਤਾ ਵਾ, ਸਾਡਾ ਡੀਵੀਆਰ ਤੱਕ ਵੀ ਲੈ ਗਏ। ਨਹੀਂ ਸਰ, ਉਹ ਅੱਗੇ ਗੱਲ ਤਾਂ ਸੁਣੋ, ਹੋਈ ਕੀ ਆ, ਇਹਨਾਂ ਨੇ ਸਾਡੇ ਨਾਲ ਘੱਟ ਕੀਤੀ ਆ। ਇਹਨਾਂ ਨੇ ਆ ਕੇ ਸਾਡੇ ਦੁਕਾਨਦਾਰ ਰੇੜੀਆਂ ਵਾਲਿਆਂ ਨੂੰ ਕੁੱਟਿਆ ਪਹਿਲਾਂ ਅੰਦਰ। ਮੈਂ ਦੁਕਾਨ 'ਚ ਬੈਠਾ, ਮੇਰੀ ਉਹਦੀ ਕੋਈ ਵੀਡੀਓ ਅਸੀਂ ਥੋੜਾ ਵੀ ਨਹੀਂ ਬਣਾਣੀ, ਇਹਨੇ ਹਲੇ ਕੈਮਰੇ ਲੱਗੇ ਹੋਣਗੇ? ਨਹੀਂ, ਸਾਡੇ ਕੋਈ ਕੈਮਰਾ ਨਹੀਂ ਲੱਗਿਆ। ਸਾਡੀ ਦੁਕਾਨ ਦੇ ਅੰਦਰ ਵੜ ਕੇ ਉਲਟਾ ਅਸੀਂ ਉਹਨਾਂ ਨੂੰ ਰੋਕਦੇ ਆ, ਮੁੰਡੇ ਨੇ ਇੱਕ ਨੂੰ ਥੱਲੇ ਸੱਟ ਲਿਆ, ਇਹਨੂੰ ਉਤੋਂ ਹੀ ਲੰਘ ਕੇ ਮੈਂ ਇਹਨਾਂ ਨੂੰ ਕਿਹਾ ਹਟ ਜਾਓ, ਮੈਂ ਲੱਤ ਨਾਲ ਛੁੱਟੀ ਨਾਲ ਤੁਰਦਾ। ਤੇ ਮੈਂ ਕਿਹਾ ਹਟ ਜਾ ਭਰਾ ਵੀਰ, ਤੂੰ ਨਾਲ ਆਪਣਾ ਗਵਾਂਢੀ ਹੈਗਾ, ਇਹੋ ਜਿਹੇ ਕੰਮ ਨਾ ਕਰ। ਨਹੀਂ ਤੂੰ ਹਟ ਪਰਾਂ, ਹਜਾ ਤੂੰ ਛੱਡੂ ਇਹਨਾਂ ਨੂੰ। ਮੈਂ ਉਲਟਾ ਗਾਲਾਂ ਕੱਢਣ ਲੱਗ ਗਿਆ। ਲੇਕਿਨ ਉਹ ਪਿਓ ਪੁੱਤ ਇੱਥੇ ਆਏ ਸੀਗੇ, ਚਾਰ ਮੁੰਡੇ ਸੀ, ਉਹਦਾ ਆਪ ਪਿਓ ਸੀਗਾ ਨਾਲ, ਚਿੱਟੇ ਕੁੜਤੇ ਪਜਾਮੇ ਪਾਇਆ ਸੀ ਉਹਨੇ। ਉਹ ਆ ਕੇ ਫਿਰ ਨਾਲ ਇਹਨਾਂ ਨੂੰ ਕੁੱਟਿਆ, ਨਾਲੇ ਮੈਨੂੰ ਮਾਰਨ ਲੱਗੇ। ਮੈਂ ਤਾਂ ਅੰਦਰ ਵੜ ਗਿਆ, ਫਿਰ ਅੰਦਰ ਦੁਕਾਨ 'ਚ ਭੱਜ ਕੇ ਆ ਗਏ ਸਾਰੇ ਜਣੇ। ਨਹੀਂ, ਉਹ ਕਹਿ ਰਹੇ ਕਿ 1,30,000 ਦੀ ਨਕਦੀ ਸੀਗੀ, ਉਹ ਵੀ ਇਹਨਾਂ ਦੇ ਜਿਹੜੇ ਬੰਦੇ ਆਏ ਸੀ ਉਹ ਵੀ ਚੱਕ ਕੇ ਲੈ ਕੇ ਫਰਾਰ ਹੋ ਗਏ। ਹਾਂ, ਸਾਡੇ ਕਾਊਂਟਰ 'ਚ ਪਏ ਸੀਗੇ ਤੁਹਾਡੇ ਤੇ ਆਰੋਪ ਲੱਗ ਰਹੇ ਨੇ? ਹਾਂਜੀ, ਸਾਡੇ ਉੱਥੇ ਨਹੀਂ ਗਏ ਅਸੀਂ, ਉੱਥੇ ਸਾਡੇ ਸੱਜਣ ਮਿੱਤਰ ਜਾ ਉਹਨਾਂ ਨੂੰ ਪੁੱਛਣ ਗਏ ਜਾ ਕੇ, ਹਾਂ ਭਾਈ ਤੁਸੀਂ ਕਿਉਂ ਲੜੇ ਹੋ। ਉਲਟਾ ਉਹਨਾਂ ਨੂੰ ਇਹਨਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਦੁਕਾਨ ਤੇ ਗਏ, ਉਲਟਾ ਹੱਥੋਂ ਪਾਈ ਕਰਨ ਲੱਗੇ ਇਹਨਾਂ ਦੀ ਦੁਕਾਨ ਤੇ। ਲੇਕਿਨ ਉਹ ਉਹਨਾਂ ਦਾ ਕਹਿਣਾ ਹੈਗਾ ਕਿ ਤੁਸੀਂ ਆਪਾਂ ਤੈਅ ਬਜ਼ਾਰੀ ਵਾਲਿਆਂ ਨੂੰ ਕਿਹਾ ਕਿ ਉੱਥੇ ਵੀ ਕਾਰਵਾਈ ਕਰੋ। ਉਸ ਤੋਂ ਬਾਅਦ 50-60 ਬੰਦੇ ਆਏ ਨਾਲ, ਸਾਡੇ 4-5 ਮੁੰਡੇ ਗਏ ਸੀਗੇ, ਇਹਨਾਂ ਦੇ ਬੰਦੇ ਉੱਥੇ ਬਾਹਲੇ ਖੜੇ ਸੀ। ਇਹਨਾਂ ਨੇ ਸਾਡੇ ਮੁੰਡਿਆਂ ਨੂੰ ਜੱਫਾ ਪਾ ਲਿਆ ਤੇ ਹੱਥੋਂ ਪਾਈ ਹੋ ਗਈ ਉੱਥੇ ਦੁਕਾਨ ਤੇ ਡੀਵੀਆਰ ਤੇ ਪੈਸਾ ਜਿਹੜਾ ਉਹ ਇਲਜ਼ਾਮ ਲਗਾ ਰਹੇ, ਉਹ ਨਹੀਂ ਸਾਨੂੰ ਪਤਾ ਜੀ ਕੀ ਕਹਿੰਦੇ, ਉਹਨਾਂ ਦੀ ਦੁਕਾਨ ਉਹਨਾਂ ਨੂੰ ਜਾਣਨ। ਲੇਕਿਨ ਜੋ ਤੁਸੀਂ ਥੜੀਆਂ ਦੇ ਉੱਤੇ, ਫੁੱਟਪਾਥ ਦੇ ਉੱਤੇ ਜੋ ਰੇੜੀਆਂ ਲਵਾਈਆਂ ਹੋਈਆਂ ਨੇ, ਉਹਦੀ ਪਰਚੀ ਕਟਾਉਂਦੇ ਹੋ ਜਾਂ ਪਰਮਿਸ਼ਨ ਲਿੱਤੀ ਸਰਕਾਰੀ ਜਗ੍ਹਾ ਤੇ? ਕਾਰਪੋਰੇਸ਼ਨ ਵਾਲੇ ਹੀ ਪਰਚੀ ਕੱਟ ਕੇ ਜਾਂਦੇ ਆ ਜੀ। ਇੱਕ ਰੇੜੀ ਦੀ 2500 ਰੁਪਏ ਰੇੜੀ ਮਹੀਨੇ ਦਾ ਲੈਂਦੇ ਆ, ਉਹ ਸਾਰੇ ਲੈਂਦੇ ਆ। ਇਹ ਦਿੰਦੇ ਆ, ਪਤਾ ਨਹੀਂ ਦਿੰਦੇ। ਇਹਨਾਂ ਦੀਆਂ ਟੈਚੀਆਂ ਪਹਿਲਾਂ ਚੱਕੀਆਂ, ਫਿਰ ਇਹਨਾਂ ਨੇ ਧੱਕੇ ਨਾਲ ਉਹਨਾਂ ਨੂੰ ਲਿਆਂਦਾ ਕਿ ਉਹ ਵੀ ਰੇੜੀਆਂ ਚੱਕੋ, ਉਹ ਚੱਕਦੇ ਨਹੀਂ ਸੀਗੇ। ਲੇਕਿਨ ਸਾਨੂੰ ਕਾਰਪੋਰੇਸ਼ਨ ਵਾਲੇ ਸੁਪਰੀਡੈਂਟ ਨਾਲ ਅਸੀਂ ਗੱਲਬਾਤ ਕੀਤੀ ਹੈ, ਉਹਨਾਂ ਨੇ ਕਿਹਾ ਕਿ ਸਾਨੂੰ ਉਹਨਾਂ ਦੀ ਲਗਾਤਾਰ ਕੰਪਲੇਂਟ ਆ ਰਹੀ ਸੀ, ਕੰਪਲੇਂਟ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤੇ ਜੋ ਰੇੜੀ ਫੜੀਆਂ ਰੋਡ ਦੇ ਉੱਤੇ ਖੜਦੀਆਂ ਨੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ। ਇਹ ਨਹੀਂ ਸਾਨੂੰ ਪਤਾ ਇਹਨਾਂ ਕੀਤਾ ਕਾਰਵਾਈ, ਇਹਨਾਂ ਨੇ ਧੱਕੇ ਨਾਲ ਆ ਕੇ ਚੁਕਾਈਆਂ ਰੇੜੀਆਂ, ਆਪ ਹੱਥ ਲਵਾ ਕੇ। ਮਤਲਬ ਤੁਸੀਂ ਕਹਿ ਰਹੇ ਹੋ ਕਿ ਨਾ ਅਸੀਂ ਡੀਵੀਆਰ ਲਿੱਤਾ, ਨਾ ਅਸੀਂ ਪੈਸਾ ਉਹਨਾਂ ਦਾ ਚੱਕਿਆ? ਨਾ ਜੀ ਨਾ, ਅਸੀਂ ਹੱਥ ਨਹੀਂ ਲਾਇਆ। ਇੱਧਰ ਦੁਕਾਨ ਤੇ ਮੁੰਡੇ ਗਏ ਆ ਬਸ ਪੁੱਛਣ, ਭਾਈ ਕਿਉਂ ਲੜ ਕੇ ਆਏ ਆ ਤੁਸੀਂ ਦੁਕਾਨ ਤੇ ਜਾ ਕੇ ਸਾਡੀ ਤੇ। ਉਲਟਾ ਪੈ ਗਏ ਸਾਰੇ ਜਣੇ, ਪਿਓ ਪੁੱਤ ਜਾਣੇ। ਲੇਕਿਨ ਇਹਦੇ ਜੋ ਬਜ਼ੁਰਗ ਬੈਠੇ ਨੇ ਉਹ ਵੀ ਕਹਦੇ ਕਿ ਮੈਂ ਹਾਰਟ ਦਾ ਪੇਸ਼ੈਂਟ ਆ, ਮੇਰੇ ਨਾਲ ਵੀ ਇਹਨਾਂ ਦੇ ਜਿਹੜੇ ਬੰਦੇ ਆ ਸੀ ਕੁੱਟਮਾਰ ਕੀਤੀ। ਉਹ ਜੇ ਉਹ ਹਾਰਟ ਦਾ ਸਾਨੂੰ ਕੀ ਪਤਾ, ਦੁਕਾਨ ਤੇ ਜਾਣੇ ਨਿਆਣਿਆਂ ਨੇ ਸਮਝਾਉਣਾ ਸੀ ਜਾ ਕੇ ਉਹਨਾਂ ਨੂੰ। ਇਹਦੇ ਉਲਟਾ ਪੈ ਗਏ ਤੇ ਮੁੰਡੇ ਜਾ ਕੇ ਝੋਟਿਆਂ ਪੈ ਗਏ, ਹਾਂ ਕਰਕੇ ਸਾਰੇ ਜਾਣੇ ਇਹਦਾ ਸਾਰੇ ਮਾਰਨ ਲੱਗ ਗਏ। सारे इन्होंने चारों मुंडे और ये मेरे को मारने पड़ गए। ਇਹਨੂੰ ਵੀ ਕੁੱਟਿਆ। ਤੁਸੀਂ ਕਾਹਦਾ ਕੰਮ ਕਰਦੇ ਹੋ? मेरा ही चाँप की रेडी है। ਰੇੜੀ ਲਾਂਦਾ ਸ਼ਾਮ ਦੀ ਰੇੜੀ ਹੈ ਤੁਹਾਡੀ, ਕਿੰਨੇ ਵਜੇ ਕੰਮ ਸ਼ੁਰੂ ਕਰਦੇ ਹੋ? हम जी 12:30-1 बजे लगा देते हैं। ਦੁਪਹਿਰੇ? हाँ जी, अड्डा लगा ही रहे थे तब तक वो इन्होंने खुद लेके आ गए, चारों लड़के इन्होंने चक्को जी इन्होंने चक्को। ਲੇਕਿਨ ਤੁਹਾਡੇ ਤੇ ਵੀ ਹੋਏ ਗੱਲਬਾਤ ਹੋਈ, ਗਲੀ ਤੱਕ ਤੁਸੀਂ ਬਲੌਕ ਕਰ ਦਿੰਦੇ ਹੋ ਰਾਤ ਨੂੰ, ਨਾ ਇਕੱਠ ਹੁੰਦਾ सर। ਕੀ ਉਹਦੀ ਪਰਮਿਸ਼ਨ ਲਿੱਤੀ ਹੈ? ਰੇੜੀ ਦੀ ਪਰਮਿਸ਼ਨ ਲਿੱਤੀ ਹੋਗੀ, ਗਲੀ ਰੋਡ ਜਾਮ ਕਰਨ ਦੀ ਪਰਮਿਸ਼ਨ ਹੈਗੀ ਹੈ? ਹੈਗੀ ਪਰਮਿਸ਼ਨ? परमिशन तो नहीं है सर, लेकिन साइडें तो कराते रहते गड्डियाँ, इन्नी भी जाम नहीं होती है। ਮੰਗ ਕੀ ਕਰਦੇ ਹੋ? लगा के छड़े। ਮੰਗ ਇਹਦੀ ਕਹਿੰਦੇ ਆ, ਇਹਨਾਂ ਨੂੰ ਸੋਚਣਾ ਚਾਹੀਦਾ, ਗਵਾਂਢ ਮੱਥਾ ਇਹ ਕੰਮ ਨਹੀਂ ਚੰਗਾ ਲੱਗਦਾ। ਜੇ ਤੁਹਾਡੇ ਟੈਚੀ ਚੱਕੇ ਗਏ, ਇਹਦਾ ਮਤਲਬ ਇਹ ਨਹੀਂ ਸਾਡੀਆਂ ਦੁਕਾਨਾਂ ਵੀ ਮੂਹਰੇ ਸਾਫ਼ ਕਰਾਵੋ। ਬਾਕੀ ਅਸੀਂ ਕੰਪਲੇਂਟ ਕਰਾਤੀ ਆ ਅੰਦਰ ਥਾਣੇ 'ਚ, ਉਹ ਜਾ ਕੇ ਹੁਣ ਉਹਨਾਂ ਨੂੰ ਪੁੱਛ ਲਓ ਕੀ ਹੋਇਆ। ਜੀ ਬਿਲਕੁਲ, ਇਹ ਦੋਨੋਂ ਪੱਖ ਸਾਡੇ ਸਾਹਮਣੇ ਆ ਗਏ ਨੇ, ਦੋਨੋਂ ਧਿਰਾਂ ਸਾਹਮਣੇ ਆਈਆਂ ਸੀ, ਇੱਕ ਦੂਜੇ ਉੱਤੇ ਗੰਭੀਰ ਆਰੋਪ ਲਗਾਏ ਨੇ। ਉਹਨਾਂ ਨੇ ਕਿਹਾ ਕਿ ਸਾਡੇ ਪੈਸੇ ਚੱਕੇ ਨੇ, ਸਾਡਾ ਡੀਵੀਆਰ ਲੈ ਗਏ। ਲੇਕਿਨ ਇਹ ਸਾਰੇ ਇਲਜ਼ਾਮ ਜੋ ਉਹਨਾਂ ਉੱਤੇ ਲੱਗੇ ਸੀ, ਇਹ ਸਾਰੇ ਇਲਜ਼ਾਮ ਕਹਿ ਰਹੇ ਬੇਬੁਨਿਆਦ ਸੀਗੇ। ਲੇਕਿਨ ਸਾਡੇ ਮੁੰਡੇ ਉਹਨਾਂ ਨੂੰ ਸਮਝਾਉਣ ਵਾਸਤੇ ਗਏ ਸੀ, ਉੱਥੇ ਹੱਥਾਪਾਈ ਹੋ ਗਈ। ਉਹ ਰੇੜੀ ਵਾਲਾ ਜੋ ਖੜਾ ਸੀ, ਜੋ ਚਾਂਪ ਦੀ ਰੇੜੀ ਲਗਾਉਂਦਾ ਸੀਗਾ, ਉਹਨੇ ਕਿਹਾ ਕਿ ਮੇਰੇ ਨਾਲ ਵੀ ਜਿਹੜੀ ਹੱਥਾਪਾਈ ਕੀਤੀ ਹੈ। ਲੇਕਿਨ ਸੀਸੀਟੀਵੀ ਫੁਟੇਜ ਆਉਣ ਤੋਂ ਬਾਅਦ ਹੀ ਸਾਫ਼ ਸਾਬਿਤ ਹੋਊਗਾ ਕਿ ਆਖਿਰ ਮਾਮਲਾ ਹੋਇਆ ਕੀ ਸੀਗਾ। ਲੁਧਿਆਣਾ ਤੋਂ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।